इस कॉलेज की जो अपॉर्चुनिटीज़ है होर किसी कॉलेज के विच अवेलेबल नहीं है। हर बच्चे लिए पोस्ट स्टडी वर्क परमिट अवेलेबल है, हर तरह का कोर्स अवेलेबल है, 1 साल का भी 2 साल का भी। क्यूबेक ਦੇ ਵਿੱਚ ਸਿਚੁਏਟਡ ਹੈ ਮੌਂਟਰੀਅਲ 'ਚ ਐਂਡ 2 ਸਾਲ ਦੀ ਸਟੱਡੀ ਤੋਂ ਬਾਅਦ ਅਪ ਟੂ 3 ਇਅਰਸ ਆਫ ਪੋਸਟ ਸਟੱਡੀ ਵਰਕ ਪਰਮਿਟ ਅਵੇਲੇਬਲ ਹੈ। ਜਿਵੇਂ ਕਿ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਕਈਆਂ ਨੂੰ ਆਪਣੇ ਵਰਕਿੰਗ ਆਵਰਸ ਨੂੰ ਲੈ ਕੇ ਤੇ ਸਟੱਡੀ ਨੂੰ ਲੈ ਕੇ ਕੰਪਰੋਮਾਈਜ਼ ਕਰਨਾ ਪੈਂਦਾ, ਉਹ ਵੀ ਤੁਹਾਨੂੰ ਨਹੀਂ ਕਰਨਾ ਪਏਗਾ। ਜਿਸ ਟਾਈਮਿੰਗ ਤੇ ਤੁਸੀਂ ਕੰਫਰਟੇਬਲ ਹੋ ਤੁਸੀਂ ਉਸ ਟਾਈਮਿੰਗ ਤੇ ਐਜੂਕੇਸ਼ਨ ਲੈ ਸਕਦੇ ਹੋ। ਕਾਲਜ ਦੇ ਨਾਮ ਤੇ, ਕੰਸਲਟੈਂਟ ਦੇ ਨਾਮ ਤੇ, ਐਮਬੈਸੀ ਦੇ ਨਾਮ ਤੇ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਬਹੁਤ ਫਰਾਡ ਹੁੰਦਾ, ਬਹੁਤ ਸਕੈਮ ਹੁੰਦਾ। ਉਹ ਇਸ ਕਰਕੇ ਹੁੰਦਾ ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜੋਤੀ ਵਰਦੀ ਪੈਰਾਮਾਊਂਟ ਟੀ ਸਰਵਿਸਿਜ਼ ਤੋਂ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਆ ਗਏ। ਅੱਜ ਤੁਹਾਡੇ ਨਾਲ ਇੱਕ ਸਪੈਸ਼ਲ ਸੈਸ਼ਨ ਲੈਣ ਜਾ ਰਹੇ ਹਾਂ ਜਿਹਦੇ ਵਿੱਚ ਮੇਰੇ ਨਾਲ ਨੇ ਮਿਸਟਰ ਰੁਪਿੰਦਰ ਸਿੰਘ ਜੀ ਫਰਮ ਟੈਪ ਕਾਲਜ ਮੌਂਟਰੀਅਲ ਤੋਂ। तो बहुत बहुत स्वागत है ਤੁਹਾਡਾ ਸਰ ਸਾਡੇ ਸੈਸ਼ਨ ਵਿੱਚ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਟੂ ਪੈਰਾਮਾਊਂਟ ਟੀ ਸਰਵਿਸਿਜ਼ ਜੀ। ਸੋ ਅੱਜ ਆਪਾਂ ਗੱਲ ਕਰਾਂਗੇ ਸਟੂਡੈਂਟਸ ਦੇ ਨਾਲ, ਜਿਹੜੇ ਸਟੂਡੈਂਟਸ ਮੋਰ ਓਵਰ ਅੱਜਕੱਲ ਦੇਖਣ ਨੂੰ ਮਿਲ ਰਿਹਾ ਹੈ ਇੰਟਰਸਟ ਮੌਂਟਰੀਅਲ ਦਾ। ਮੌਂਟਰੀਅਲ ਜਾਣਾ ਚਾਹੁੰਦੇ ਨੇ, ਕਿਊਬਿਕ ਜਾਣਾ ਚਾਹੁੰਦੇ ਨੇ ਕਿਉਂਕਿ ਉੱਥੇ ਪੀਆਰ ਪ੍ਰੋਸੈਸ ਬਹੁਤ ਈਜ਼ੀ ਹੈ। ਹੋਰ ਬਹੁਤ ਸਾਰੇ ਕਾਰਨਾਂ ਕਰਕੇ ਤੁਸੀਂ ਮੌਂਟਰੀਅਲ ਨੂੰ ਚੂਜ਼ ਕਰਦੇ ਹੋ। ਤਾਂ ਇਸ ਤੁਹਾਨੂੰ ਥੋੜੀ ਜਿਹੀ ਬਰੀਫ ਇਨਫੋਰਮੇਸ਼ਨ ਦਵਾਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਕਾਲਜ, ਕਰੀਅਰ ਓਰੀਐਂਟਡ ਕਾਲਜਸ ਦੇ ਵਿੱਚ ਜਾਣਾ ਚਾਹੀਦਾ ਹੈ ਜਿਸ 'ਚ ਤੁਹਾਨੂੰ ਸਟੱਡੀ ਦੇ ਵਿੱਚ ਬੈਨੀਫਿਟ ਹੋਏ, ਉਸ ਤੋਂ ਬਾਅਦ ਦੇ ਕਰੀਅਰ ਦੇ ਵਿੱਚ ਵੀ ਤੁਹਾਨੂੰ ਕੁਝ ਈਜ਼ੀ ਪੁਆਇੰਟਸ ਮਿਲ ਸਕਣ। ਸੋ ਰੁਪਿੰਦਰ ਸਰ, ਅੱਜ ਤੁਸੀਂ ਟੈਪ ਕਾਲਜ ਰਿਪਰੈਜ਼ੈਂਟੇਟਿਵ ਹੋ ਇੰਡੀਆ ਦੇ। ਸੋ ਆਪਾਂ ਗੱਲ ਕਰਾਂਗੇ ਟੈਪ ਕਾਲਜ ਦਾ ਫਰਸਟ ਬੇਸਿਕ ਕੀ ਹੈ, ਕਦੋਂ ਦਾ ਕਾਲਜ ਹੈ? ਟੈਪ ਕਾਲਜ ਜੋਤੀ ਜੀ ਇਟਸ ਬੀਨ ਮੋਰ ਦੈਨ 45 ਇਅਰਸ ਕਿ ਇਹ ਕਾਲਜ ਐਗਜ਼ਿਸਟ ਕਰਦਾ ਹੈ। ਓਕੇ। ਐਂਡ ਮੋਰ ਓਵਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਅੱਜ ਦੇ ਜੇ ਆਪਾਂ ਹਾਲਾਤਾਂ ਨੂੰ ਦੇਖੀਏ ਮੌਂਟਰੀਅਲ ਦੇ, ਕਿ ਮੌਂਟਰੀਅਲ ਦੇ ਵਿੱਚ ਕੁਝ ਕਾਲਜਸ ਡੀਲਿਸਟ ਹੋ ਗਏ, ਕੋਈ ਪ੍ਰੋਬਲਮ ਆਈਆਂ, ਬੱਚਿਆਂ ਨੇ ਸਫਰ ਕੀਤਾ, ਏਜੰਟਸ ਨੇ ਸਫਰ ਕੀਤਾ। ਬਟ ਟੈਪ ਕਾਲਜ ਇੱਕ ਐਸਾ ਇੰਸਟੀਟਿਊਸ਼ਨ ਹੈ ਜਿਹੜਾ ਹਮੇਸ਼ਾ ਜਿਸ ਦਿਨ ਦਾ ਸਟਾਰਟ ਹੋਇਆ ਟਿਲ ਡੇਟ ਨਾਨ ਕੰਟਰੋਵਰਸ਼ੀਅਲ ਕਾਲਜ ਹੈ। So this institute is accredited by Ministry of Quebec. So private subsidized institute है, non profitable institute है जिथे बच्चा ते एजेंट जे कोई एजेंट बच्चे ਨੂੰ ਭੇਜਦਾ ਹੈ ਉਹ ਵੀ ਪੀਸਫੁਲ ਹੈ, ਬੱਚਾ ਅੱਛੀ ਐਜੂਕੇਸ਼ਨ ਲੈ ਕੇ ਆਪਣਾ ਕੈਰੀਅਰ ਬਹੁਤ ਵਧੀਆ ਬਣਾ ਸਕਦਾ ਹੈ। तो ਆਪਾਂ ਇਹ ਗੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਜਿਸ ਕਾਲਜ ਤੁਸੀਂ ਜਾ ਰਹੇ ਹੋ ਕਿ ਇਹ ਪਹਿਲਾਂ ਤੋਂ ਸਟੈਬਲਿਸ਼ ਹੈਗਾ ਆ, ਹੁਣ ਵਾਲੇ ਈਅਰਸ ਦੇ ਵਿੱਚ ਤਾਂ ਨਹੀਂ ਸਟੈਬਲਿਸ਼ ਹੋਇਆ, ਕੋਈ ਛੋਟਾ ਜਿਹਾ ਕਾਲਜ ਤਾਂ ਨਹੀਂ ਹੈ ਕਿ ਜਿੱਥੇ ਜਾਣ ਕਰਕੇ ਬੱਚਿਆਂ ਨੂੰ ਇਹ ਵੀ ਡਰ ਰਹਿੰਦਾ ਕਿ ਅਸੀਂ ਫੀਸ ਤਾਂ ਪੇ ਕਰਤੀ ਹੈ, ਕੱਲ੍ਹ ਨੂੰ ਜੇ ਕਾਲਜ ਕਿਤੇ ਬਲੈਕ ਲਿਸਟ ਹੋਇਆ, ਜਿਵੇਂ ਪਿਛਲੇ ਸਾਲ ਬਹੁਤ ਸਾਰੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਵੀ ਪਿਆ ਸੀਗਾ, ਤਾਂ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ। 45 ਈਅਰ 올ਡ ਕਾਲਜ ਹੈ ਟੈਪ ਕਾਲਜ ਮੌਂਟਰੀਅਲ ਦਾ। ਐਂਡ ਮੋਰ ਓਵਰ ਇੱਕ ਪੁਆਇੰਟ ਇੱਥੇ ਮੈਂ ਐਡ ਆਨ ਕਰਨਾ ਚਾਹਾਂਗਾ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਪੇਰੈਂਟਸ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਆਪਣੇ ਬੱਚੇ ਦਾ ਕਰੀਅਰ ਬਣਾਉਣ ਵਾਸਤੇ ਬੱਚੇ ਨੂੰ ਬਾਹਰ ਭੇਜ ਰਹੇ ਹਾਂ, ਪੇਰੈਂਟਸ ਨੂੰ ਮੈਂ ਜ਼ਰੂਰ ਇਹ ਚੀਜ਼ ਦੀ ਰਿਕੁਐਸਟ ਕਰਾਂਗਾ ਕਿ ਇੰਸਟੀਟਿਊਸ਼ਨ ਨੂੰ ਖੁਦ ਆਪ ਚੈੱਕ ਕਰਨ, ਐਕਸਪਲੋਰ ਕਰਨ, ਏਜੰਟ ਨਾਲ ਬੈਠ ਕੇ ਇੱਕ ਚੀਜ਼ ਦੀ ਗੱਲ ਕਰਨ ਕਿ ਸਾਡਾ ਬੱਚਾ ਕਿੱਥੇ ਪੜ੍ਹਨ ਜਾ ਰਿਹਾ, ਉਹ ਉੱਥੇ ਸਿਕਿਉਰ ਹੈ, ਸੇਫ ਹੈ, ਪੜ੍ਹਾਈ ਅੱਛੀ ਹੈ, ਕੱਲ੍ਹ ਨੂੰ ਉਹਦਾ ਕਰੀਅਰ ਬਣ ਪਾਏਗਾ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਹਰ ਬੰਦਾ, ਹਰ ਇੱਕ ਪੇਰੈਂਟ ਇਹ ਚੀਜ਼ ਪੁੱਛਦਾ ਨਹੀਂ ਹੈ ਤੇ ਏਜੰਟ ਹਰ ਚੀਜ਼ ਦੀ ਗਾਈਡੈਂਸ ਨਹੀਂ ਦੇ ਪਾਉਂਦਾ। ਸੋ ਇਹ ਬਹੁਤ ਇੰਪੋਰਟੈਂਟ ਹੈ, ਖਾਸ ਕਰਕੇ ਇੱਦਾਂ ਦੇ ਇੰਸਟੀਟਿਊਸ਼ਨ ਬੱਚੇ ਨੂੰ ਭੇਜੋ ਜਿੱਥੇ ਬੱਚਾ ਤੁਹਾਡਾ ਸੇਫ ਹੋਵੇ, ਅੱਛੀ ਪੜ੍ਹਾਈ ਕਰ ਸਕੇ ਤੇ ਕੱਲ੍ਹ ਨੂੰ ਜਿਹੜਾ ਕਰੀਅਰ ਡਿਵੈਲਪਮੈਂਟ ਹੈ ਬੱਚੇ ਦੀ ਬਹੁਤ ਅੱਛੀ ਹੋ ਸਕੇ। ਇਹਦੇ ਨਾਲ ਹੀ ਅਸੀਂ ਇਹਦੇ ਕੈਂਪਸਿਸ ਦੇ ਬਾਰੇ ਗੱਲ ਕਰਾਂਗੇ। ਸਰ, ਕਿੰਨੇ ਕੈਂਪਸਿਸ ਨੇ ਟੈਪ ਕਾਲਜ ਦੇ? ਟੈਪ ਕਾਲਜ ਦੇ ਸਾਡੇ 2 ਕੈਂਪਸਿਸ ਹੈ ਮੌਂਟਰੀਅਲ ਡਾਊਨਟਾਊਨ ਦੇ ਵਿੱਚ। ਓਕੇ। ਐਂਡ ਦੋਨੋਂ ਕੈਂਪਸਿਸ ਸਾਡੇ ਮੋਰ ਦੈਨ 50,000 ਸਕੁਅਰ ਫੀਟ ਦੇ ਐਂਡ ਸੈਲਫ ਓਨਡ ਪ੍ਰੋਪਰਟੀ ਹੈ, ਕੋਈ ਵੀ ਰੈਂਟਲ ਪ੍ਰੋਪਰਟੀ ਨਹੀਂ ਹੈ। ਸੋ ਤੁਸੀਂ ਇਹ ਗੂਗਲ ਤੇ ਜਾ ਕੇ, ਵਿਕੀਪੀਡੀਆ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਹਰ ਕੈਂਪਸ ਦੀ ਲੋਕੇਸ਼ਨ ਦਿੱਤੀ ਗਈ ਹੈ, ਕੈਂਪਸ ਦੀ ਕਿੰਨੀਆਂ ਪਿਕਚਰਸ ਹੈ ਇੰਟਰਨਲ ਐਂਡ ਆਊਟਵਰਡ, ਸਾਰਾ ਚੈੱਕ ਕਰ ਸਕਦੇ ਹੋ। ਦਿਸ ਇਜ਼ ਦ ਵੰਡਰਫੁਲ ਪਾਰਟ ਦੈਟ ਟੈਪ ਕਾਲਜ ਇਜ਼। ਬਿਲਕੁਲ, ਕਿਉਂਕਿ ਅੱਜਕੱਲ ਇਹ ਵੀ ਚੀਜ਼ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ ਕਿ ਕਾਲਜ ਬਲੌਕ ਹੋਣ ਦਾ ਕਾਰਨ ਹੀ ਇਹੀ ਹੁੰਦਾ ਕਿ ਉਹਦੇ ਕੋਲ ਸਪੇਸ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਆਪਾਂ ਐਪਲੀਕੇਸ਼ਨਸ ਬਹੁਤ ਜ਼ਿਆਦਾ ਵਿੱਚ ਰਜਿਸਟਰਡ ਕਰ ਦਿੰਦੇ ਹਾਂ, ਜੋ ਕਪੈਸਿਟੀ ਘੱਟ ਹੋਣ ਕਰਕੇ ਕੀ ਹੁੰਦਾ ਕਾਲਜ ਤੇ ਵੀ ਐਕਸ਼ਨ ਆਉਂਦਾ ਆ, ਪਰ ਉਹਦੀ ਭੁਗਤਾਨ ਦਾ ਕਿਤੇ ਨਾ ਕਿਤੇ ਆਟੋਮੈਟਿਕਲੀ ਪੇਰੈਂਟਸ ਤੇ ਬੱਚਿਆਂ ਨੂੰ ਕਰਨਾ ਪੈਂਦਾ ਆ। ਕਦੀ ਵੀ ਕੋਈ ਏਜੰਟ ਵੀ ਸਫਰ ਨਹੀਂ ਕਰਦਾ ਇਹਦੇ ਵਿੱਚ ਇੰਨਾ ਜਿੰਨਾ ਕਿ ਬੱਚਾ ਤੇ ਪੇਰੈਂਟਸ ਕਰ ਦਿੰਦੇ ਨੇ। ਤਾਂ ਇਸ ਚੀਜ਼ ਤੋਂ ਵੀ ਬਹੁਤ ਜ਼ਿਆਦਾ ਵਰੀ ਹੋ ਤੁਸੀਂ। 65,000 ਸਕੁਅਰ ਫੀਟ, 60,000 ਸਕੁਅਰ ਫੀਟ ਛੋਟੀ ਜਗ੍ਹਾ ਨਹੀਂ ਹੈ, ਕਿ ਉਹ ਤੋਂ ਆਪਣੀ ਪ੍ਰਾਪਰਟੀ ਹੈ। ਹੁਣ ਆਪਣੀ ਪ੍ਰਾਪਰਟੀ ਜੇ ਐਡੀ ਵੱਡੀ ਲਿੱਤੀ ਹੋਏਗੀ ਤੇ ਛੱਡ ਕੇ ਕਿੱਥੇ ਜਾਣਾ ਹੈ? ਨੈਚੁਰਲੀ ਮੈਮ। ਐਂਡ ਮੋਰ ਓਵਰ ਜਿਹੜੀ ਮੈਨੇਜਮੈਂਟ ਹੈ ਦੈਟ ਇਜ਼ ਵੈਰੀ ਸਟਰੋਂਗ, ਵੈਰੀ ਫੋਕਸਡ ਟੂਵਰਡਸ ਐਜੂਕੇਸ਼ਨ। ਇੱਕ ਬਹੁਤ ਵੱਡੀ ਇਹਨਾਂ ਦੀ ਅਚੀਵਮੈਂਟ ਹੈ
ਕਿ ਐਜੂਕੇਸ਼ਨ ਨੂੰ ਹੀ ਇਹ ਪ੍ਰਮੋਟ ਕਰ ਰਿਹਾ ਹੈ ਥਰੂ ਆਊਟ। ओके सो सर ਇਹਦੀ ਬੇਸਿਕ ਰਿਕੁਆਇਰਮੈਂਟਸ ਕੀ ਹੈ, ਮਤਲਬ ਸਟੂਡੈਂਟ ਕੋ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਕਿਸ ਤਰ੍ਹਾਂ ਦਾ ਸਟੂਡੈਂਟ ਜਾ ਸਕਦਾ ਹੈ? ਜੀ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ, ਜੇ ਅਸੀਂ 12th ਪਾਸ ਆਊਟ ਦੀ ਗੱਲ ਕਰੀਏ, ਸੋ ਵੀ ਨੀਡ 50% ਓਵਰਆਲ ਪਰਸੈਂਟੇਜ ਨਾਟ ਲੈਸ ਦੈਨ 50 ਇਨ ਈਚ ਸਬਜੈਕਟ। ਸੋ 50% ਬੱਚੇ ਦੇ ਮਿਨੀਮਮ ਮਾਰਕਸ ਹੋਣ, ਬਟ ਜਿਹੜੀ ਆਇਲਸ ਰਿਕੁਆਇਰਮੈਂਟ ਹੈ ਵੀ ਪ੍ਰੈਫਰ ਓਨਲੀ SDS ਕੈਟਾਗਰੀ। ਓਕੇ ਆਇਲਸ ਦੇ ਵਿੱਚ ਬੱਚੇ ਦੇ 6 ਈਚ ਤੋਂ ਘੱਟ ਨਾ ਹੋਣ। ਸੋ ਦੈਟ ਇਜ਼ ਮੇਨ ਦੈਟ ਜਿਹੜੀ ਰਿਕੁਆਇਰਮੈਂਟ ਹੈ 50% ਓਵਰਆਲ ਮਾਰਕਸ ਪਲੱਸ ਆਇਲਸ 6 ਈਚ। ਕਿਉਂਕਿ ਇਹ ਚੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਆਪਾਂ SDS ਕੈਟਾਗਰੀ ਦੇ ਵਿੱਚ ਸਾਡੀ ਕੰਟਰੀ ਆਉਂਦੀ ਹੈ ਇੰਡੀਆ, तो ਜਿਹੜੀ ਫਾਈਲਸ ਇੰਡੀਆ ਤੋਂ ਜਾ ਰਹੀਆਂ ਨੇ SDS ਦੇ ਵਿੱਚ ਜਾ ਰਹੀਆਂ ਨੇ 6 ਓਵਰਆਲ 6 ਈਚ ਹੈ, ਆਪਾਂ ਆਲਮੋਸਟ ਦੇਖਦੇ ਉਹਨਾਂ ਨੂੰ ਵੀਜ਼ਾ ਮਿਲਦਾ ਹੈ। ਹਾਂ 100 ਚੋਂ ਇੱਕ ਅੱਧੀ ਫਾਈਲ ਜੇ 5.5 ਵਾਲੀ ਨਿਕਲ ਗਈ, ਬਟ ਇਹਦਾ ਮਤਲਬ ਇਹ ਨਹੀਂ ਹੈ ਹਰ ਕੋਈ ਪ੍ਰੋਫਾਈਲ ਤੇ ਉਸੇ ਪ੍ਰੋਫਾਈਲ ਤੇ ਵੀਜ਼ਾ ਆਏਗਾ। ਸੋ ਆਇਲਸ ਰਿਕੁਆਇਰਮੈਂਟ ਮਸਟ ਬੀ 6 ਓਵਰਆਲ 6 ਈਚ ਹੋਣੀ ਹੀ ਚਾਹੀਦੀ ਹੈ ਜੇਕਰ ਤੁਸੀਂ ਟੈਪ ਕਾਲਜ ਦੇ ਵਿੱਚ ਜਾਣਾ ਚਾਹੁੰਦੇ ਆ। ਅੱਛਾ ਸਰ, ਆਪਣਾ ਇੱਕ ਹੋਰ ਚੀਜ਼ ਕਿ ਇਹਦੇ ਵਿੱਚ ਮਤਲਬ ਕਿਹੜੀ ਸਟਰੀਮ ਦਾ ਬੱਚਾ ਜਾ ਸਕਦਾ ਹੈ? ਇਹ ਬਹੁਤ ਇੰਪੋਰਟੈਂਟ ਤੇ ਬੜਾ ਵਧੀਆ ਕੁਐਸਚਨ ਹੈ। ਸਟਰੀਮ ਜੇ ਆਪਾਂ ਗੱਲ ਕਰੀਏ, ਕਿਊਬੈਕ ਦੇ ਵਿੱਚ ਬਹੁਤ ਘੱਟ ਇੰਸਟੀਟਿਊਸ਼ਨਸ ਹੈ, ਬਹੁਤ ਲਿਮਿਟਿਡ ਇੰਸਟੀਟਿਊਸ਼ਨਸ ਹੈ ਜਿਹਦੇ ਕੋਲ ਕੋਈ ਮਲਟੀਪਲ ਪ੍ਰੋਗਰਾਮਸ ਹੋਣ, ਬਟ ਟੈਪ ਕਾਲਜ ਅਜਿਹਾ ਇੰਸਟੀਟਿਊਟ ਹੈ ਜਿੱਥੇ ਹਰ ਇੱਕ ਸਟਰੀਮ ਵਾਸਤੇ ਮੈਡੀਕਲ, ਨਾਨ ਮੈਡੀਕਲ, ਕਾਮਰਸ, ਆਰਟਸ ਚਾਰੇ ਸਟਰੀਮ ਵਾਸਤੇ ਐਵਰੇਜ 3 ਤੋਂ 4 ਪ੍ਰੋਗਰਾਮਸ ਅਵੇਲੇਬਲ ਹੈ, ਚਾਹੇ ਮੈਡੀਕਲ ਹੋਵੇ ਚਾਹੇ ਨਾਨ ਮੈਡੀਕਲ, ਕਾਮਰਸ, ਆਰਟਸ। ਐਵਰੇਜ ਹਰ ਸਟਰੀਮ ਵਾਸਤੇ ਸਾਡੇ ਕੋਲ 3 ਤੋਂ 4 ਪ੍ਰੋਗਰਾਮਸ ਅਵੇਲੇਬਲ। ਵਾਓ ਦੈਟਸ ਵੈਰੀ ਨਾਈਸ ਕਿ ਮਤਲਬ ਸਟੂਡੈਂਟ ਨੂੰ ਇਹ ਵੀ ਚੀਜ਼ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਜੇ ਮੈਂ ਆਰਟਸ ਕੀਤੀ ਹੈ ਤਾਂ ਮੈਂ ਨਹੀਂ ਜਾ ਸਕਦਾ, ਮੈਂ ਨਾਨ ਮੈਡੀਕਲ ਕੀਤੀ ਹੈ ਮੇਰੇ ਲਈ ਆਪਸ਼ਨ ਨਹੀਂ ਹੋਏਗੀ। ਮਤਲਬ ਚਾਰੋਂ ਸਟਰੀਮਸ ਜੋ ਸਾਡੇ ਇੰਡੀਆ ਦੇ ਵਿੱਚ ਹੁੰਦੀ ਹੈ, ਉਹ ਚਾਰੋਂ ਸਟਰੀਮਸ ਦੇ ਬੱਚੇ ਟੈਪ ਕਾਲਜ ਵਿੱਚ ਜਾ ਕੇ ਆਪਣੀ ਮਨਪਸੰਦ ਸਟੱਡੀ ਆਪਣੇ ਇੰਟਰਸਟ ਦੇ ਹਿਸਾਬ ਨਾਲ ਚੂਜ਼ ਕਰ ਸਕਦੇ ਨੇ। ਸੋ ਦਿਸ ਇਜ਼ ਅਗੇਨ ਵੈਰੀ ਵੰਡਰਫੁਲ ਪੁਆਇੰਟ। ਅੱਛਾ ਸਰ, ਔਰ ਮਤਲਬ ਮੇਜਰਲੀ ਜਿਵੇਂ ਕੈਂਪਸ ਬਹੁਤ ਜ਼ਿਆਦਾ ਵੱਡਾ ਹੈ, तो कि ਉੱਥੇ ਬੱਚੇ ਵੀ ਇੱਕ ਕਲਾਸਿਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ, ਇੰਟਰੈਕਸ਼ਨ 'ਚ ਦਿੱਕਤ ਨਹੀਂ ਆਉਂਦੀ? ਇੰਟਰੈਕਸ਼ਨ ਵਾਲੀ ਬਿਲਕੁਲ ਕੋਈ ਦਿੱਕਤ ਨਹੀਂ ਹੈ, ਕਿਉਂਕਿ ਸਭ ਤੋਂ ਇੰਪੋਰਟੈਂਟ ਇੱਕ ਪੁਆਇੰਟ ਹੈ ਕਾਲਜ ਦਾ ਕਿ ਸਾਡੇ ਕੋਲ ਮੋਰ ਦੈਨ 90% ਜਿਹੜਾ ਸਟਾਫ ਹੈ ਦੈਟ ਇਜ਼ PhD, ਐਂਡ ਜਿਹੜੀ ਸਟੂਡੈਂਟ ਤੇ ਸਟਾਫ ਦੀ ਰੇਸ਼ੋ ਆ ਦੈਟ ਇਜ਼ 1:30। ਸੋ ਇੱਕ ਕਲਾਸਰੂਮ ਦੇ ਵਿੱਚ ਸਾਡੇ ਤੋਂ 30 ਤੋਂ ਉੱਪਰ ਬੱਚਾ ਨਹੀਂ ਹੁੰਦਾ। ਵਾਓ, ਸੋ ਇਹ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਆ ਕਿ ਅਸੀਂ ਡਾਈਵਰਸਿਫਿਕੇਸ਼ਨ ਕੋਰਸਿਸ ਦੀ, ਐਜੂਕੇਸ਼ਨ ਦੀ, ਪਲੱਸ ਡਾਈਵਰਸਿਫਿਕੇਸ਼ਨ ਆਫ ਕਮਿਊਨਿਟੀ, ਉਹ ਵੀ ਪੂਰਾ ਧਿਆਨ ਰੱਖ ਕੇ ਚੱਲਦੇ ਆ ਕਿ ਉੱਥੇ ਹਰ ਬੱਚਾ ਆਪਣੇ ਆਪ ਨੂੰ ਐਨਹਾਂਸ ਕਰ ਪਾਵੇ ਕਿ ਮੇਰਾ ਜਿਹੜਾ ਕਲੀਗ ਹੈ ਉਹ ਇੰਡੀਅਨ ਵੀ ਨਹੀਂ ਹੈ, ਕੈਨੇਡੀਅਨ ਵੀ ਨਹੀਂ ਹੈ, ਬਟ ਹਰ ਰੀਜਨ ਦਾ ਬੱਚਾ ਉੱਥੇ ਪੜ੍ਹ ਰਿਹਾ। ਹਾਂ ਬਿਲਕੁਲ, ਕਿਉਂਕਿ ਇਸੇ ਚੀਜ਼ ਦਾ ਡਰ ਹੁੰਦਾ ਕਿ ਕੱਲ੍ਹ ਨੂੰ ਬੱਚਾ ਇੰਗਲਿਸ਼ ਕੰਟਰੀ ਦੇ ਵਿੱਚ ਜਾ ਰਿਹਾ, ਉਹਨੇ ਆਇਲਸ ਤਾਂ ਕੀਤੀ ਹੋਈ ਹੈ, ਬਟ ਕਿਤੇ ਨਾ ਕਿਤੇ ਉਹ ਇੰਗਲਿਸ਼ ਕਲਚਰ ਦੇ ਨਾਲ ਨਹੀਂ ਬਿਲੋਂਗ ਕਰ ਰਿਹਾ, ਉਹ ਪੰਜਾਬੀ ਕਲਚਰ ਤੋਂ ਗਿਆ ਹੈ। ਉਹਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਦੇ ਕੋਲ ਨਹੀਂ ਸਮੈਸਟਰ ਕਲੀਅਰ ਹੋਇਆ ਨਹੀਂ ਹੈ, ਉਹਦਾ ਕਾਰਨ ਹੀ ਇਹੀ ਹੁੰਦਾ ਕਿ ਉਹਨੂੰ ਪਰਸਨਲ ਇੰਟਰੈਕਸ਼ਨ ਮਿਲਦੀ ਨਹੀਂ ਹੈ, ਇੰਟਰੈਕਸ਼ਨ ਨਹੀਂ ਮਿਲਦੀ, ਬੱਚੇ ਰਿਜ਼ਰਵ ਹੋ ਕੇ ਰਹਿ ਜਾਂਦੇ। ਸੈਕਿੰਡ, ਬੱਚਾ ਆਪਣੇ ਆਪ ਨੂੰ ਪੂਰਾ ਐਕਸਪਲੋਰ ਨਹੀਂ ਕਰ ਪਾਉਂਦਾ। ਸੋ ਇਹ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ, ਤੇ ਉੱਥੇ ਸਾਡੇ ਕੋਲ ਕੈਰੀਅਰ ਕਾਉਂਸਲਰਸ ਵੀ ਬੈਠੇ ਹੋਏ ਨੇ। ਸੋ ਹਰ ਚੀਜ਼ ਬੱਚੇ ਨੂੰ ਗਾਈਡੈਂਸ ਉੱਥੇ ਦਿੱਤੀ ਜਾਂਦੀ ਹੈ ਕੈਂਪਸ 'ਚ। ਦੈਨ ਸਰ, ਇੱਥੇ ਦਾ ਲਾਈਕ ਜੇ ਮੌਂਟਰਲ ਦੀ ਗੱਲ ਕਰੀਏ, ਇਹ ਵੀ ਚੀਜ਼ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਆਉਂਦੀ ਹੈ ਕਿ ਐਟਮੋਸਫੀਅਰ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਵੈਦਰ ਨੂੰ ਲੈ ਕੇ। ਸੋ ਐਟ ਸੱਚ ਵੀ ਕੁਝ ਕੰਡੀਸ਼ਨਸ ਹੈ? ਕੋਈ ਵੀ ਉੱਥੇ ਜਿਹੜੀਆਂ ਕੰਡੀਸ਼ਨਸ ਹੈ ਉਹ ਇੱਦਾਂ ਦੀਆਂ ਨਹੀਂ ਹੈ ਕਿ ਬੱਚੇ ਨੂੰ ਬਹੁਤ ਫਾਈਟ ਕਰਨੀ ਪੈਂਦੀ ਹੈ। ਕੰਡੀਸ਼ਨਸ ਆਰ ਵੈਰੀ ਨਾਰਮਲ, ਗਰਮੀ ਹੈ, ਸਰਦੀ ਹੈ, ਪਲੇਜ਼ੈਂਟ ਹੈ। ਸੋ ਹਰ ਤਰ੍ਹਾਂ ਦਾ ਮੌਸਮ ਹੈ। ਸੋ ਜਦੋਂ ਅਸੀਂ ਪੜ੍ਹਾਈ ਕਰਨੀ ਹੈ, ਸੋ ਮੋਰਓਵਰ ਜਦੋਂ ਕੈਨੇਡਾ ਜਾਣਾ ਤੇ ਕੈਨੇਡਾ ਦਾ ਐਟਮੋਸਫੀਅਰ ਹਰ ਬੱਚੇ ਨੂੰ, ਪੇਰੈਂਟਸ ਨੂੰ ਪਤਾ। ਸੋ ਹਰ ਬੱਚਾ ਈਜ਼ੀਲੀ ਸਰਵਾਈਵ ਕਰਦਾ ਜੀ ਬਿਲਕੁਲ, ਐਂਡ ਖੁਸ਼ ਹੋ ਕੇ ਪੜ੍ਹਦੇ ਹੈ। ਠੀਕ ਹੈ। ਔਰ ਫਿਰ ਕੀ ਸਿਰਫ ਆਇਲਸ ਵਾਲਾ ਬੱਚਾ ਇੱਥੇ ਜਾ ਸਕਦਾ ਜਿਹਨੇ ਆਇਲਸ ਕੀਤੀ ਹੋਵੇ? ਅਸੀਂ ਟੈਪ ਕਾਲਜ ਐਕਸੈਪਟ ਕਰ ਰਹੇ ਹਾਂ ਜੀ, ਆਇਲਸ ਵੀ ਐਕਸੈਪਟ ਕਰ ਰਹੇ ਹਾਂ, PT ਐਂਡ ਟੋਫਲ। ਓਕੇ, ਤਾਂ ਤਿੰਨੋਂ ਚੀਜ਼ਾਂ ਦਾ ਬੈਨੀਫਿਟ ਹੈ। ਜੇ ਕਿਸੇ ਨੂੰ ਇੱਥੇ ਮਤਲਬ ਇੱਕ ਫੋਬੀਆ ਆ, ਆਇਲਸ ਨਹੀਂ ਹੋ ਰਹੀ, ਤਾਂ ਅਸੀਂ PT ਕਰ ਲਈਏ। ਔਰ PT 'ਚ ਆਟੋਮੈਟਿਕਲੀ ਕਹਿੰਦੇ ਨਾ ਜੋ ਅਸੀਂ ਦਿਲ 'ਚ ਸੋਚਿਆ ਹੋਵੇ ਉਹੀ ਹੁੰਦਾ ਹੈ। ਜਿਹਨੂੰ PT ਤੋਂ ਫੋਬੀਆ ਨਹੀਂ ਹੈ ਤੇ ਉਹ PT 'ਚ ਮਾਰਕਸ ਵੀ ਅੱਛੇ ਆ ਜਾਂਦੇ। ਬਿਲਕੁਲ। तो PT वाला बच्चा भी जा सकता है जिदे मिनिमम स्कोरिंग की होनी चाहिए 6 ईच आइल्स का स्कोर है एंड PT स्कोर नॉट लेस देन 50 हो गए ओवरऑल। सो वो एक्सेप्टेबल है एंड बच्चा एडमिट ਅਸੀਂ ਕਰ ਲਾ। ओके, ਤੇ TOEFL ਦੇ ਵਿੱਚ TOEFL ਦਾ ਨੋਟ ਕਰਨਾ ਹੈ। TOEFL ਦਾ ਸਾਨੂੰ ਮਿਲਦਾ ਨਹੀਂ ਵਿੱਚ। ਹਾਂ, ਕੋਈ ਦਿੱਕਤ ਨਹੀਂ।
ਸੋ ਜਿੱਦਾਂ ਕਿ ਆਪਾਂ ਸਾਰਿਆਂ ਨੇ ਪਹਿਲਾਂ ਵੀ ਗੱਲ ਕੀਤੀ ਕਿ ਇਹਦੇ ਵਿੱਚ IELTS PT TOEFL ਤਿੰਨੋਂ ਲੈਂਗੁਏਜਸ ਜਿਹੜੀਆਂ ਉਹ ਐਕਸੈਪਟੇਬਲ ਹੈਗੀਆਂ ਨੇ। ਸੋ ਈਜ਼ੀਲੀ ਜਿਹੜੇ ਬੱਚਿਆਂ ਦੇ ਕੋਲ ਇਹ ਰਿਕੁਆਇਰਮੈਂਟ ਹੈਗੀ ਹੈ ਉਹ ਟੈਬ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਨੂੰ ਜਿਹੜਾ ਰਿਜ਼ਰਵ ਕਰ ਸਕਦਾ ਹੈ। ਔਰ ਇਹਦੇ ਨਾਲ ਹੀ ਸਰ ਆਪਣਾ ਕਿ ਕੋਰਸਿਸ ਤੋਂ ਬਾਅਦ ਜਦੋਂ ਬੱਚੇ ਦਾ ਐਜੂਕੇਸ਼ਨ ਲੈਵਲ ਇੱਕ ਫਿਨਿਸ਼ ਹੋ ਜਾਂਦਾ ਹੈ ਆਫਟਰਵਰਡ ਉਹਦੇ ਕੋਲ ਕੀ ਕਰੀਅਰ ਹੈ, ਵਰਕ ਪਰਮਿਟ ਮਿਲਦਾ ਹੈ ਜਾਂ ਨਹੀਂ ਮਿਲਦਾ? ਬਿਲਕੁਲ ਕਿਊਬੈਕ ਦੇ ਵਿੱਚ ਸਿਚੁਏਟਡ ਹੈ ਮੌਂਟਰੀਅਲ 'ਚ ਐਂਡ 2 ਸਾਲ ਦੀ ਸਟੱਡੀ ਤੋਂ ਬਾਅਦ ਅਪ ਟੂ 3 ਇਅਰਸ ਆਫ ਪੋਸਟ ਸਟੱਡੀ ਵਰਕ ਪਰਮਿਟ ਅਵੇਲੇਬਲ ਹੈ। ਸੋ ਹਰ ਬੱਚੇ ਲਈ ਪੋਸਟ ਸਟੱਡੀ ਵਰਕ ਪਰਮਿਟ ਅਵੇਲੇਬਲ ਹੈ। ਹਰ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ, 1 ਸਾਲ ਦਾ ਵੀ 2 ਸਾਲ ਦਾ ਵੀ। 1 ਸਾਲ ਦੇ ਪ੍ਰੋਗਰਾਮ ਦੇ ਨਾਲ 1 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਸੋ ਮੈਕਸਿਮਮ ਜਿਹੜਾ ਵਰਕ ਪਰਮਿਟ ਹੈ 2 ਸਾਲ ਦੇ ਪ੍ਰੋਗਰਾਮ ਨਾਲ ਉਹ 3 ਸਾਲ ਦਾ ਵਰਕ ਪਰਮਿਟ ਮਿਲਦਾ। ਹਾਂ ਬਿਲਕੁਲ, ਜਿਵੇਂ ਤੁਸੀਂ SDS ਕੈਟਾਗਰੀ 'ਚ ਜਦੋਂ ਆਪਾਂ ਅਪਲਾਈ ਕਰਦੇ ਹਾਂ ਉਹਦੀ ਕੰਡੀਸ਼ਨਸ ਹੀ ਇਹੀ ਹੁੰਦੀਆਂ ਨੇ ਕਿ ਜੇਕਰ ਤੁਸੀਂ 2 ਸਾਲ ਦੀ ਐਜੂਕੇਸ਼ਨ ਕਰ ਰਹੇ ਹੋ ਕੈਨੇਡਾ ਦੇ ਵਿੱਚ ਤਾਂ ਆਟੋਮੈਟਿਕਲੀ ਤੁਹਾਨੂੰ 3 ਇਅਰ ਦਾ ਵਰਕ ਪਰਮਿਟ ਜਿਹੜਾ ਉਹ ਮਿਲਦਾ ਹੈ। ਸੋ ਇਹ ਵੀ ਅਗੇਨ ਇੱਕ ਬਹੁਤ ਜ਼ਿਆਦਾ ਪਲੱਸ ਪੁਆਇੰਟ ਹੈ ਕਿ ਇਸ ਕਾਲਜ ਨੂੰ ਚੂਜ਼ ਕਰਨ ਲੱਗੇ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਕਿ ਨਹੀਂ ਆਫਟਰ ਸਟੱਡੀ ਮੈਨੂੰ ਵਰਕ ਪਰਮਿਟ ਨਾ ਮਿਲਿਆ, ਸੈਟਲ ਡਾਊਨ ਨਹੀਂ ਹੋਇਆ ਤਾਂ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ, ਬਟ ਉਹ ਚੀਜ਼ ਨਹੀਂ ਹੋਏਗੀ। ਜੇਕਰ ਤੁਸੀਂ ਟੈਬ ਕਾਲਜ ਚੂਜ਼ ਕਰ ਰਹੇ ਹੋ ਤੁਹਾਨੂੰ ਸਟੱਡੀ ਦੇ ਨਾਲ ਨਾਲ ਤੇ ਪਲੱਸ ਸਟੱਡੀ ਤੋਂ ਬਾਅਦ ਵੀ ਵਰਕ ਪਰਮਿਟ ਦੀ ਓਪਰਚੁਨਿਟੀਜ਼ ਹਮੇਸ਼ਾ ਰਹਿਣਗੀਆਂ। ਤੇ ਸਰ ਆਪਣਾ ਜਿਹੜਾ ਕਾਲਜ ਹੈਗਾ ਆ ਇਹਦੇ ਵਿੱਚ ਮਤਲਬ ਕੋਰਸਿਸ ਤੇ ਡਿਪੈਂਡ ਆ ਕਿੰਨੇ ਡੇਜ਼ ਵੀਕਲੀ ਹੁੰਦਾ ਆ? ਜਿਹੜੀ ਕਲਾਸਿਸ ਹੈ ਮੈਡਮ ਇਹ ਵੀ ਬਹੁਤ ਅੱਛਾ ਕੁਐਸਚਨ ਹੈ, ਹਰ ਸਟੂਡੈਂਟ ਦਾ ਪੇਰੈਂਟ ਦਾ ਕੁਐਸਚਨ ਰਹਿੰਦਾ। ਜਿਹੜੀ ਵੀਕਲੀ ਬੇਸਿਸ ਤੇ ਕਲਾਸਿਸ ਹੈ ਉਹ 2 ਤੋਂ 3 ਦਿਨ ਹੈ ਮੈਕਸਿਮਮ ਜੀ। ਮੈਕਸਿਮਮ 2 ਤੋਂ 3 ਦਿਨ ਬੱਚਾ ਪੜ੍ਹਾਈ ਕਰੇਗਾ। ਉਹ ਵੀ ਉਹ ਆਪਣੇ ਅਕੋਰਡਿੰਗ ਆਪਟ ਕਰ ਸਕਦਾ ਹੈ, ਈਵਨਿੰਗ ਬੈਚ ਵੀ ਹੈ ਤੇ ਮਾਰਨਿੰਗ ਬੈਚ ਵੀ ਹੈ। ਸੋ ਬੱਚੇ ਤੇ ਡਿਪੈਂਡ ਹੈ ਕਿ ਉਹ ਕਿਹੜਾ ਬੈਚ ਆਪਟ ਕਰਨਾ ਚਾਹੁੰਦਾ। ਸੋ ਕੁਆਲਿਟੀ ਐਜੂਕੇਸ਼ਨ ਹੀ ਮਿਲੇਗੀ। ਸਟਾਫ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ PhD ਨੇ ਸਟਾਫ ਮੈਕਸਿਮਮ, ਸੋ ਉਸੇ ਲੈਵਲ ਦੀ ਪੜ੍ਹਾਈ ਮਾਰਨਿੰਗ ਹੈ ਔਰ ਉਹੀ ਲੈਵਲ ਦੀ ਪੜ੍ਹਾਈ ਈਵਨਿੰਗ। ਵਾਓ, ਦੈਟਸ ਅਗੇਨ ਵੈਰੀ ਗ੍ਰੇਟ ਪੁਆਇੰਟ। ਸੋ ਜਿਵੇਂ ਕਿ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਕਈਆਂ ਨੂੰ ਆਪਣੇ ਵਰਕਿੰਗ ਆਵਰਸ ਨੂੰ ਲੈ ਕੇ ਤੇ ਸਟੱਡੀ ਨੂੰ ਲੈ ਕੇ ਕੰਪਰੋਮਾਈਜ਼ ਕਰਨਾ ਪੈਂਦਾ, ਉਹ ਵੀ ਤੁਹਾਨੂੰ ਨਹੀਂ ਕਰਨਾ ਪਏਗਾ। ਜਿਸ ਟਾਈਮਿੰਗ ਤੇ ਤੁਸੀਂ ਕੰਫਰਟੇਬਲ ਹੋ ਤੁਸੀਂ ਉਸ ਟਾਈਮਿੰਗ ਤੇ ਐਜੂਕੇਸ਼ਨ ਲੈ ਸਕਦੇ ਹੋ। ਜੇ ਮਾਰਨਿੰਗ ਬੈਚ ਕੰਫਰਟੇਬਲ ਹੈ ਮਾਰਨਿੰਗ ਡਿਸਾਈਡ ਕਰ ਸਕਦੇ ਹੋ, ਈਵਨਿੰਗ ਜਾਣਾ ਚਾਹੁੰਦੇ ਹੋ ਤਾਂ ਈਵਨਿੰਗ ਵੀ। 2 ਤੋਂ 3 ਦਿਨ ਮੈਕਸਿਮਮ ਇਸ ਕਾਲਜ ਦੇ ਵਿੱਚ ਜਿਹੜਾ ਤੁਸੀਂ ਐਜੂਕੇਸ਼ਨ ਲੈਣੀ ਹੈ ਵੀਕਲੀ। ਔਰ ਸਰ ਆਫਟਰ ਜਿਵੇਂ ਬੱਚਾ ਇੱਥੋਂ ਸਟੱਡੀ ਕਰ ਲੈਂਦਾ ਹੈ ਵਰਕ ਪਰਮਿਟ ਤੇ ਚਲਾ ਗਿਆ ਫਿਰ PR ਪ੍ਰੋਸੈਸ ਕਿੱਦਾਂ ਦਾ ਹੁੰਦਾ ਲੈ ਕੇ ਇੱਥੇ ਦਾ ਮੌਂਟਰੀਅਲ ਦਾ? PR ਪ੍ਰੋਸੈਸ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ ਮੌਂਟਰੀਅਲ ਕਿਊਬੈਕ ਦੇ ਵਿੱਚ ਪੜ੍ਹਨ ਦਾ ਕਿ ਬੱਚਾ ਜੇ ਫ੍ਰੈਂਚ ਸਿੱਖਦਾ ਹੈ ਸੋ ਗਵਰਨਮੈਂਟ ਯੂਜ਼ ਟੂ ਪੇ ਦੈਟ ਸਟੂਡੈਂਟ। ਸੋ ਬੱਚਾ ਫ੍ਰੈਂਚ ਨਾਲ ਆਪਣਾ ਪੈਰਲਲ ਪੜ੍ਹਾਈ ਕਰਦਾ ਪਲੱਸ ਫ੍ਰੈਂਚ ਸਿੱਖਦਾ ਹੈ, ਸੋ ਆਪਣਾ ਉਹ ਖਰਚਾ ਵੀ ਕੱਢ ਸਕਦਾ। ਗਵਰਨਮੈਂਟ ਉਹਨੂੰ ਪੇ ਕਰਦੀ ਹੈ ਫ੍ਰੈਂਚ ਸਿੱਖਣ ਵਾਸਤੇ। ਸੋ ਉਹ ਫ੍ਰੈਂਚ ਦੇ ਲੈਵਲ ਕਲੀਅਰ ਕਰ ਲੈਂਦਾ ਪਲੱਸ ਉਹਨੂੰ PR ਲਈ ਬੈਨੀਫਿਟ ਵੀ ਹੈ, ਰਾਈਟ। ਫ੍ਰੈਂਚ ਦੇ ਪੁਆਇੰਟਸ ਮਿਲਦੇ ਨੇ। ਸੋ ਪੁਆਇੰਟਸ ਕੈਲਕੂਲੇਟ ਪੂਰੇ ਕਰਕੇ ਆਫਟਰ ਪੋਸਟ ਸਟੱਡੀ ਵਰਕ ਪਰਮਿਟ ਬੱਚਾ ਡਿਊਰਿੰਗ ਪੋਸਟ ਸਟੱਡੀ ਵਰਕ ਪਰਮਿਟ ਬੱਚਾ PR ਈਜ਼ੀਲੀ ਹੋ ਜਾਂਦਾ। ਓਕੇ, ਮਤਲਬ ਉਹ ਆਪਣੀ ਭਾਸ਼ਾ ਸਿਖਾਉਣ ਦੇ ਲਈ ਤੁਹਾਡੇ ਤੋਂ ਪੈਸੇ ਨਹੀਂ ਲੈ ਰਹੇ, ਤੁਹਾਨੂੰ ਪੈਸੇ ਉਲਟਾ ਪੇ ਆਊਟ ਕਰ ਰਹੇ ਨੇ। ਸੋ ਇਸ ਤੋਂ ਜ਼ਿਆਦਾ ਬੈਨੀਫਿਟ ਹੋਰ ਤੁਹਾਨੂੰ ਕੀ ਚਾਹੀਦਾ ਹੈ? ਇੱਥੇ ਤੁਸੀਂ ਓਵਰਆਲ ਸਟੱਡੀਜ਼ ਵੀ ਕਰਦੇ ਹੋ, ਫਲਕਚੁਏਟ ਵੀ ਨਹੀਂ ਹੋ ਸਕਦੇ, ਜੌਬ ਵੀ ਨਹੀਂ ਕਰ ਸਕਦੇ ਸਟੱਡੀ ਦੇ ਨਾਲ। ਜੋਤੀ ਜੀ ਇੱਕ ਪੁਆਇੰਟ ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿ ਕਈ ਬੱਚੇ ਇਦਾਂ ਦੇ ਨੇ ਜਿਹੜੇ ਫ੍ਰੈਂਚ ਤੋਂ ਥੋੜੇ ਡਰਦੇ ਨੇ ਕਿ ਮੈਂ ਫ੍ਰੈਂਚ ਔਖੀ ਹੈ। ਫ੍ਰੈਂਚ ਬਿਲਕੁਲ ਔਖੀ ਨਹੀਂ ਹੈ। ਜਿਵੇਂ ਅਸੀਂ ਇੰਗਲਿਸ਼ ਪੜ੍ਹਦੇ ਨੇ, ਇੱਕ ਤੁਹਾਨੂੰ ਵੱਡੀ ਗੱਲ ਮੈਂ ਕੈਨੇਡਾ ਦੀ ਅੱਜ ਦੱਸਦਾ ਕਿ ਕੈਨੇਡਾ ਦਾ ਜਿਹੜੀ ਫਸਟ ਲੈਂਗੁਏਜ ਹੈ ਦੈਟ ਇਜ਼ ਫ੍ਰੈਂਚ। ਓਕੇ, ਕੈਨੇਡਾ ਦੀ ਫਸਟ ਲੈਂਗੁਏਜ ਇੰਗਲਿਸ਼ ਨਹੀਂ ਹੈ, ਬਿਲਕੁਲ, ਸੋ ਦੈਟ ਇਜ਼ ਫ੍ਰੈਂਚ। ਸੋ ਫ੍ਰੈਂਚ ਨੂੰ ਉਹ ਪ੍ਰਮੋਟ ਕਰਦੇ ਨੇ ਪਲੱਸ ਜੇ ਤੁਸੀਂ ਫ੍ਰੈਂਚ ਸਿੱਖਦੇ ਹੋ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਨੇ ਪਲੱਸ ਤੁਹਾਨੂੰ ਐਕਸਪੀਰੀਅੰਸ ਦੇ ਪੁਆਇੰਟ ਮਿਲਦੇ ਨੇ, ਸੋ ਯੂ ਕੈਨ ਗੈਟ ਯੂਰ PR ਕੁਆਇਟ ਈਜ਼ੀਲੀ। ਹਾਂ ਬਿਲਕੁਲ, ਕਿਉਂਕਿ ਜਿਹੜੀ ਹਰ ਕਿਸੇ ਦੀ ਇੱਕ ਮਦਰ ਟੰਗ ਹੈ ਉਹ ਜੇ ਆਉਂਦੀ ਹੋਏਗੀ ਤਾਂ ਉਹਦੇ ਨਾਲ ਜੌਬ ਦੇ ਵਿੱਚ ਬਹੁਤ ਕਿਤੇ ਨਾ ਕਿਤੇ ਆਸਾਨੀ ਹੋ ਜਾਂਦੀ ਹੈ। ਬਾਈਲਿੰਗੁਅਲ ਇੰਸਟੀਟਿਊਟ ਹੈ, ਉੱਥੇ ਇੰਗਲਿਸ਼ ਵੀ ਬੋਲੀ ਜਾਂਦੀ ਹੈ ਫ੍ਰੈਂਚ ਵੀ ਬੋਲੀ ਜਾਂਦੀ ਹੈ। ਸੋ ਕਿਸੇ ਨੂੰ ਕੋਈ ਪ੍ਰੋਬਲਮ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿ ਮੈਨੂੰ ਉੱਥੇ ਫ੍ਰੈਂਚ ਬੋਲਣੀ ਪਏਗੀ ਜਾਂ ਮੈਂ ਫ੍ਰੈਂਚ ਸਿੱਖਾਂ ਤਾਂ ਹੀ ਉੱਥੇ ਮੈਂ ਸਰਵਾਈਵ ਕਰ ਸਕਦਾ। ਇੱਦਾਂ ਦਾ ਕੁਝ ਨਹੀਂ ਹੈ। ਇੰਗਲਿਸ਼ ਬੋਲ ਕੇ ਇੰਗਲਿਸ਼ ਉੱਥੇ ਨਾਰਮਲ ਲੈਂਗੁਏਜ ਹੈ, ਸੋ ਇੰਗਲਿਸ਼ ਵੀ ਬੋਲੀ ਜਾਂਦੀ ਹੈ। ਸੋ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਆਲਰੇਡੀ ਲੈ ਲਈ ਹੈ ਇਸ ਕਾਲਜ ਦੇ ਬਾਰੇ, ਇੰਸਟੀਟਿਊਟ ਦੇ ਬਾਰੇ, ਸਾਰੇ ਜਿੰਨੇ ਟੀਚਰਸ ਹੈਗੇ ਨੇ, ਫੈਕਲਟੀਜ਼ ਹੈ, ਹਾਈਲੀ ਐਜੂਕੇਟਡ ਨੇ। ਮਤਲਬ ਮੇਨ ਮੋਟੋ ਸਾਡਾ ਇਹ ਵੀ ਰਹਿ ਜਾਂਦਾ ਕਿ ਕੁਆਲਿਟੀ ਐਜੂਕੇਸ਼ਨ ਹੀ ਆਪਾਂ ਕਰਾਉਣੀ ਹੈ। ਕੁਆਲਿਟੀ ਐਜੂਕੇਸ਼ਨ ਦੇ ਨਾਲ ਕੀ ਹੈ ਬੱਚੇ ਨੂੰ ਬੈਨੀਫਿਟ ਹੈ, PR ਈਜ਼ੀ ਹੈ, ਸਟੱਡੀ ਈਜ਼ੀ ਕਰ ਸਕਦਾ ਹੈ, ਜੌਬ ਓਪਰਚੁਨਿਟੀਜ਼ ਉਹਨੂੰ ਅੱਛੀਆਂ ਮਿਲਣਗੀਆਂ। ਅੱਛਾ ਸਰ, ਪ੍ਰੋਸੀਜਰ ਕੀ ਹੈ ਲਾਈਕ ਜਦੋਂ ਬੱਚਾ ਇਨਰੋਲ ਕਰਦਾ ਆ ਫਰਦਰ ਔਨ ਕਿਵੇਂ, ਮਤਲਬ ਕੀ ਆਫਰ ਦਾ ਪ੍ਰੋਸੈਸ ਹੈ ਔਰ ਕੀ ਡਾਕੂਮੈਂਟਸ ਜਦੋਂ ਸਾਡੇ ਕੋਲ ਕੰਪਲੀਟ ਸੈਟ ਆਫ ਡਾਕੂਮੈਂਟਸ ਬੱਚੇ ਦਾ ਆ ਜਾਂਦਾ
So after assessment, we will provide the offer letter within 2 to 3 days. Wow, that's also quite easy. And ਉਸ ਤੋਂ ਬਾਅਦ ਟਿਊਸ਼ਨ ਫੀਸ ਕੀ ਹੈ per courses? Tuition fee ਸਾਡੀ standardized tuition fee ਹੈ, that is $13,850. Okay, yearly fees? Yes, per annum. So ये fee structure है. So fee structure भी काफ़ी affordable है. काफ़ी affordable है. So quality education ਉਹਦਾ ਵੀ compromise ਨਹੀਂ ਹੈ. Post study work permit ਵੀ available ਹੈ. Right? So ਹਰ ਤਰ੍ਹਾਂ ਦਾ fully packed ਇੱਕ ਬੱਚੇ ਨੂੰ facility ਮਿਲ ਰਹੀ ਹੈ ਕਿ ਆਪਣਾ ਉਹ ਕਰੀਅਰ ਕੈਨੇਡਾ 'ਚ ਬਣਾ ਪਾਵੇ। ਹਾਂ ਬਿਲਕੁਲ, ਬਿਕੋਜ਼ ਨਾਰਮਲੀ ਤੌਰ ਤੇ ਜੇ ਗੱਲ ਕਰੀਏ ਆਪਾਂ ਇੱਕ ਫੀਸ ਸਟਰਕਚਰ ਦੀ, ਜਿਹੜੇ ਕਾਲਜਿਸ ਦੇ ਵਿੱਚ ਵਰਕ ਪਰਮਿਟ ਐਂਡ ਐਜੂਕੇਸ਼ਨ ਮਿਲ ਰਹੀ ਹੈ $16,000 ਤੋਂ ਸਟਾਰਟ ਹੁੰਦਾ, ਬਟ ਟੈਪ ਕਾਲਜ ਜਿਹੜੀ ਕੁਆਲਿਟੀ ਐਜੂਕੇਸ਼ਨ ਦਾ ਪ੍ਰੋਵਾਈਡ ਕਰ ਹੀ ਰਿਹਾ, ਪਲੱਸ ਕਿਤੇ ਨਾ ਕਿਤੇ ਸਾਨੂੰ ਜਿਹੜੀ ਬੱਚੇ ਕਹਿੰਦੇ ਮੈਨੂੰ ਸਕਾਲਰਸ਼ਿਪ ਮਿਲਦਾ, ਇੱਕ ਕਾਈਂਡ ਆਫ ਨਾਟ announced but it is just kind of the scholarship ਕਿ 13,850 ਰੁਪਏ ਉਹਦੀ ਈਅਰਲੀ ਫੀਸ ਹੈ, ਮਤਲਬ ਕਿਤੇ ਨਾ ਕਿਤੇ ਇੰਡੀਆ ਦਾ 7 ਲੱਖ ਰੁਪਈਆ ਸਿਰਫ ਔਰ ਸਿਰਫ ਉਹਨੂੰ ਪੇ ਆਊਟ ਕਰਨਾ ਸਾਲ ਦਾ। ਉਹਦੇ ਨਾਲ ਵਰਕ ਓਪਰਚੁਨਿਟੀਜ਼ ਬਹੁਤ ਹੈ। 3 ਦਿਨ ਸਿਰਫ ਕਾਲਜ ਜਾਣਾ, 3 ਦਿਨ ਤੋਂ ਬਾਅਦ ਤੁਹਾਡੇ ਕੋਲ 4 ਦਿਨ ਤੁਹਾਡੇ ਵਰਕਿੰਗ ਦੇ ਲਈ ਹੈਗੇ ਨੇ ਫੁੱਲ, ਐਂਡ 3 ਦੇ ਵਿੱਚ ਤੁਸੀਂ ਪਾਰਟ ਟਾਈਮ ਕਰ ਸਕਦੇ ਹੋ। ਸੋ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਬੈਨੀਫਿਸ਼ਰੀ ਹੈ ਇਹ ਕਾਲਜ, ਮਤਲਬ ਜਿੱਥੋਂ ਤੱਕ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਹੈ, ਮੈਨੂੰ ਖੁਦ ਨੂੰ ਬਹੁਤ ਅੱਛਾ ਲੱਗਾ ਕਿ ਇਸ ਕਾਲਜ ਦੀ ਜੋ ਓਪਰਚੁਨਿਟੀਜ਼ ਹੈ ਹੋਰ ਕਿਸੇ ਕਾਲਜ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ, ਕਿਉਂਕਿ ਕਿਤੇ ਨਾ ਕਿਤੇ ਬੱਚੇ ਨੂੰ ਲੱਗਦਾ ਕਿ ਨਹੀਂ ਮੈਂ ਪ੍ਰਾਈਵੇਟ ਕਰੀਅਰ ਕਾਲਜ ਜਾ ਰਿਹਾ ਜਾਂ ਕਿਤੇ ਛੋਟੇ ਕਾਲਜ ਜਾ ਰਿਹਾ, ਮੈਨੂੰ ਕੱਲ੍ਹ ਨੂੰ ਜਾ ਕੇ ਦਿੱਕਤ ਆਏਗੀ ਜਾਂ ਇਹਦੇ 'ਚ ਜੋਤੀ ਜੀ ਮੈਂ ਇੱਕ ਹੋਰ ਪੁਆਇੰਟ ਐਡ ਕਰਨਾ ਚਾਹਾਂਗਾ ਕਿ ਬੱਚਾ ਖੁਦ, ਈਵਨ ਪੇਰੈਂਟਸ ਖੁਦ ਐਕਸਪਲੋਰ ਕਰਨ ਵੈਬਸਾਈਟ www.tav.ca ਵੈਬਸਾਈਟ ਤੇ ਜਾ ਕੇ ਇੱਕ ਚੀਜ਼ ਚੈੱਕ ਕਰਨ, ਹਰ ਚੀਜ਼ ਪੂਰੀ ਡਿਟੇਲ ਵੇ ਨਾਲ ਪ੍ਰੋਵਾਈਡ ਅਸੀਂ ਕੀਤੀ ਇੱਥੇ, ਪਲੱਸ ਗੂਗਲ ਤੇ ਚੈੱਕ ਕਰੇ, ਜਿਹੜੇ ਵੀ ਇੰਸਟੀਟਿਊਟ ਜਾਣਾ ਉਹਨੂੰ ਪ੍ਰੋਪਰਲੀ ਐਕਸਪਲੋਰ ਕਰੋ, ਖੁਦ ਕੋਰਸਿਸ ਚੈੱਕ ਕਰੋ, ਕਰੀਅਰ ਆਬਜੈਕਟਿਵਸ ਚੈੱਕ ਕਰੋ, ਸੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਵਟ ਵੈਲਿਊ ਟੈਬ ਕਾਲਜ ਇਸ ਹੈ। ਹਾਂ ਬਿਲਕੁਲ, ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ, ਕਿਉਂਕਿ ਅੱਜ ਕੱਲ੍ਹ ਅਗਰ ਤੁਹਾਡੇ ਨਾਲ ਮਿਸ ਹੈਪਨਿੰਗਸ ਬਹੁਤ ਜ਼ਿਆਦਾ ਹੋ ਰਹੀਆਂ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨੇ, ਕਾਲਜ ਦੇ ਨਾਮ ਤੇ, ਕੰਸਲਟੈਂਟ ਦੇ ਨਾਮ ਤੇ, ਐਮਬੈਸੀ ਦੇ ਨਾਮ ਤੇ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਬਹੁਤ ਫਰਾਡ ਹੁੰਦਾ, ਬਹੁਤ ਸਕੈਮ ਹੁੰਦਾ। ਉਹ ਇਸ ਕਰਕੇ ਹੁੰਦਾ ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ ਹੁੰਦੀ। ਬਿਲਕੁਲ, ਨੌਲੇਜ ਇਸ ਕਰਕੇ ਨਹੀਂ ਹੁੰਦੀ, ਹੁਣ ਐਡ ਵੇਖ ਲਈਏ 4 ਲੱਖ 'ਚ ਕੈਨੇਡਾ ਜਾਓ, ਇਹ ਬਹੁਤ ਵੱਡੀ ਪ੍ਰੋਬਲਮ ਆ। ਸਾਨੂੰ ਖੁਦ ਨੂੰ ਚੈੱਕ ਕਰਨਾ ਚਾਹੀਦਾ ਕਿ ਅਸੀਂ ਕਿੱਥੇ ਬੱਚੇ ਨੂੰ ਭੇਜਣਾ ਤੇ ਕਿੱਥੇ ਸਾਡਾ ਬੱਚਾ ਪੜ੍ਹਨ ਜਾਵੇ, ਤੇ ਬੱਚਾ ਖੁਦ ਆਪ ਐਕਸਪਲੋਰ ਕਰੇ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਇਸ ਇੰਸਟੀਟਿਊਟ ਹੀ ਜਾਣਾ, ਇੱਥੇ ਹੀ ਮੇਰਾ ਸਹੀ ਭਵਿੱਖ ਬਣ ਸਕਦਾ। ਹਾਂ ਬਿਲਕੁਲ, ਕਿਉਂਕਿ ਬੱਚਾ ਆਲਰੇਡੀ ਇੱਥੇ 12th ਪਾਸ ਹੈ, ਉਹਨੇ ਅੱਗੇ ਜਾ ਕੇ IELTS ਵੀ ਕੀਤੀ ਹੈ, ਤਾਂ ਇੰਨੀ ਕੁ ਨੌਲੇਜ ਉਹਨੂੰ ਆਪ ਨੂੰ ਵੀ ਰੱਖਣੀ ਚਾਹੀਦੀ ਕਿ ਨੈਕਸਟ ਮੈਂ ਕਰੀਅਰ ਕੀ ਚੂਜ਼ ਕਰਨਾ ਹੈਗਾ ਆ, ਔਰ ਉਹ ਵੈਲਿਊਏਬਲ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਸੱਚ ਵੀ ਹੈ। ਹੋ ਸਕਦਾ ਮੈਂ ਤੇ ਸਰ ਨੇ ਜੇ ਕੋਈ ਝੂਠ ਵੀ ਬੋਲਿਆ ਹੋਵੇ, ਤੁਹਾਨੂੰ ਸਾਈਟ ਚੈੱਕ ਕਰਨ ਤੇ ਜ਼ਰੂਰ ਉਹ ਪਤਾ ਲੱਗ ਜਾਏਗਾ। ਸੋ ਇਹ ਚੀਜ਼ਾਂ ਵੈਰੀਫਾਈਡ ਕਰਿਆ ਕਰੋ, ਸੁਣ ਕੇ ਨਾ ਅਪਲਾਈ ਕਰ ਦਿਆ ਕਰੋ। ਸੁਣ ਕੇ ਓਪਰਚੁਨਿਟੀਜ਼ ਦੇਖੋ ਦਿਖਾਉਣ ਵਾਲੀਆਂ ਹੋਰ ਹੁੰਦੀਆਂ, ਜਦੋਂ ਬੰਦਾ ਪ੍ਰੋਸੀਡ ਕਰਦਾ ਉਹ ਚੀਜ਼ਾਂ ਹੋਰ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ ਕਿ ਇੱਕ एजुकेटेड कंसल्टेंट को अप्लाई करके और एक अच्छे कॉलेज ਦੇ ਵਿੱਚ ਜਾ ਕੇ ਤਾਂ ਹੀ ਤੁਹਾਡਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋਏਗਾ। ਔਰ ਸਭ ਤੋਂ ਪਹਿਲੀ ਚੀਜ਼, ਐਮਬੈਸੀ ਦੀਆਂ ਪਾਲਿਸੀਜ਼ ਨੂੰ ਬ੍ਰੇਕ ਨਹੀਂ ਕਰਨਾ। जो एम्बेसी ने दसियां आप जे ਉਹਦੇ ਅਕੋਰਡਿੰਗ ਚੱਲਾਂਗੇ, बट ऑब्वियस है अपना करियर और अपने पैसे अपना टाइम सब कुछ सेव रहेगा हमेशा। सो बहुत ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਸਰ, ਅੱਜ ਤੁਸੀਂ ਆਏ ਹੋ ਇੱਥੇ ਸਪੈਸ਼ਲ ਔਰ ਸਾਨੂੰ ਇੱਕ ਸੈਸ਼ਨ ਦਿੱਤਾ ਲਾਈਵ। So thank you so much। कुछ रहता तो प्लीज यू शुड थैंक यू सो मच एंड एक चीज़ मैं ऐड करांगा कि पैरामाउंट ई सर्विसेज साडे ऑथराइज्ड एजेंट पार्टनर है। तुसी आओ, सारी इन्फॉर्मेशन लवो एंड अपना अप्लाई करो। सितंबर इनटेक ओपन है, so we have all variety of courses available। So सितंबर इनटेक के लिए अप्लाई करो and get your offer letter in 2 to 3 days।